ਘੱਲੂਘਾਰੇ ਵਿੱਚ ਕਿੰਨੇ ਕੁ ਸਿੰਘ ਸ਼ਹੀਦ ਹੋਏ। ਸਿੰਘ ਮਾਲਵੇ ਵੱਲ ਨੂੰ ਅਤੇ ਲਖਪਤ ਰਾਏ ਵਾਪਸ ਲਾਹੌਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਜੇਠ ਸੰਮਤ 1803 ਦਾ ਦਿਨ ਸਿੱਖ ਇਤਿਹਾਸ ਵਿੱਚ ਪਹਿਲਾ ਦਿਨ ਸੀ ਜਦ ਕਿਸੇ ਇੱਕੋ ਦਿਨ ਇੰਨੀ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ ਹੋਣ। ਜਦ ਲਖਪਤ ਰਾਏ ਨੇ ਲਾਹੌਰੋਂ ਸਿੰਘਾਂ ਵਿਰੁੱਧ ਚੜ੍ਹਾਈ ਕੀਤੀ ਸੀ, ਉਸ ਵੇਲੇ ਕੋਈ 15,000 ਸਿੰਘ ਕਾਹਨੂੰਵਾਨ ਦੇ ਛੰਭ ਵਿੱਚ ਸਨ। ਜੋ ਸਿੰਘ ਇਥੋਂ ਨਿਕਲ ਕੇ ਘੜੋਲ, ਕਠੂਏ ਤੇ ਬਸੋਲੀ ਦੀਆਂ ਪਹਾੜੀਆਂ ਤੇ ਫਿਰ ਇਥੋਂ ਪਛਾਂ ਨੂੰ ਹਟੇ, ਫਿਰ 2 ਜੇਠ ਦੇ ਘੋਰ ਯੁੱਧ ਪਿੱਛੋਂ ਦੁਸ਼ਮਣ ਨੂੰ ਚੀਰ ਕੇ ਮੁੜ ਰਾਵੀ ਨੂੰ ਪਾਰ ਕਰਕੇ ਬਚ ਕੇ ਸਰਦਾਰ ਸੁੱਖਾ ਸਿੰਘ ਦੇ ਜਥੇ ਨਾਲ ਮਾਲਵੇ ਪੁੱਜੇ। ਉਹ 3,000 ਦੇ ਲਗਭਗ ਸਨ। ਕੁਝ ਦੂਜੇ ਸਿੱਖ ਸਰਦਾਰਾਂ ਨਾਲ ਵੀ ਸਨ। ਕੁਝ ਥੋੜੇ ਕਰਕੇ ਬਸੋਲੀ ਦੀਆਂ ਪਹਾੜੀਆਂ ਤੋਂ ਅੱਗੇ ਪਹਾੜੋਂ ਪਹਾੜ ਹੋ ਕੇ ਬਚ ਨਿਕਲੇ ਹੋਣਗੇ, ਜੋ ਬੇਸ਼ੁਮਾਰ ਕਸ਼ਟ ਸਹਾਰਦੇ ਹੋਏ ਕੀਰਤਪੁਰ ਆਣ ਪੁੱਜੇ ਸਨ। ਇਹਨਾਂ ਦੀ ਗਿਣਤੀ ਬਹੁਤੀ ਨਹੀਂ ਹੋ ਸਕਦੀ, ਸਾਰੇ ਮਿਲ ਮਿਲਾ ਕੇ 5,000 ਦੇ ਕਰੀਬ ਹੋਣਗੇ। ਇਸ ਹਿਸਾਬ ਨਾਲ 9-10 ਹਜ਼ਾਰ ਦੇ ਵਿਚਕਾਰ ਇਸ ਜੰਗ ਵਿੱਚ ਸ਼ਹੀਦੀਆਂ ਪਾ ਗਏ ਸਨ। ਇਸ ਗਿਣਤੀ ਵਿੱਚ ਉਹ ਸਿੰਘ ਵੀ ਸਨ ਜਿਹੜੇ ਬਸੋਲੀ ਦੀਆਂ ਪਹਾੜੀਆਂ ਦੇ ਫੰਦੇ ਵਿੱਚ ਫਸੇ ਹੋਏ ਸਨ। ਉਹਨਾਂ ਨੂੰ ਦੀਵਾਨ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ ਸੀ ਤੇ ਇਹਨਾਂ ਦੀ ਗਿਣਤੀ 1000 ਸੀ। ਇਹਨਾਂ ਨੂੰ ਬੰਦੀ ਬਣਾ ਕੇ ਲਾਹੌਰ ਭੇਜਿਆ ਗਿਆ। ਲਖਪਤ ਰਾਏ ਨੇ ਮੁਹਿੰਮ ਤੋਂ ਵਾਪਸ ਆ ਕੇ ਇਹਨਾਂ ਸੂਰਮਿਆਂ ਨੂੰ ਖੋਤਿਆਂ ਤੇ ਚੜਾ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰਿਆ ਤੇ ਆਪਣੇ ਵੱਲੋਂ ਰੱਜ ਕੇ ਜਲੀਲ ਕੀਤਾ। ਫਿਰ ਇਹ ਸਾਰੇ ਸਿੱਖ ਦਿੱਲੀ ਦਰਵਾਜ਼ਿਓਂ ਬਾਹਰ ਘੋੜ ਮੰਡੀ, ਬਾਜ਼ਾਰ, ਨਖਾਸ, ਅਜੋਕੇ ਵੱਡੇ ਰੇਲਵੇ ਸਟੇਸ਼ਨ ਦੇ ਲਾਗੇ ਵਾਲੀ ਥਾਂ ਤੇ ਬੜੀ ਬੇਰਹਿਮੀ ਨਾਲ ਤਸੀਹੇ ਦੇ ਕੇ ਕਤਲ ਕਰਵਾ ਦਿੱਤੇ। ਇਹ ਥਾਂ ਸੂਬੇਦਾਰ ਜ਼ਬਰਦਸਤ ਖਾਨ, ਅਸਲਮ ਖਾਨ ਤੇ ਅਬਦ ਸਮਦ ਖਾਨ ਦੇ ਪੁੱਤਰ ਜ਼ਕਰੀਆ ਖਾਨ। ਖਾਨ ਬਹਾਦਰ ਦੇ ਵੇਲੇ ਤੋਂ ਸਿੰਘਾਂ ਦੀ ਕਤਲਗਾਹ ਬਣਿਆ ਰਿਹਾ ਸੀ। ਮੀਰ ਮਨੂ ਨੇ ਤਾਂ ਪਿੱਛੋਂ ਹੱਦ ਹੀ ਮੁਕਾ ਦਿੱਤੀ ਸੀ। ਉਸ ਨੇ ਇੰਨੇ ਸਿੱਖ ਮਰਵਾਏ ਸਨ ਕਿ ਉਹਨਾਂ ਸਿਰਾਂ ਦੇ ਮੁਨਾਰ ਉਸਾਰਦੇ ਰਹੇ। ਖੂਹ ਸਿਰਾਂ ਨਾਲ ਭਰ ਦਿੱਤੇ, ਲਾਸ਼ਾਂ ਦੇ ਢੇਰਾਂ ਦੇ ਢੇਰ ਲੱਗ ਜਾਂਦੇ ਰਹੇ। ਇਸ ਲਈ ਇਹ ਥਾਂ ਸ਼ਹੀਦ ਗੰਜ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਦੀਵਾਨ ਲਖਪਤ ਰਾਏ ਦੀ ਇਸ ਮੁਹਿੰਮ, ਜਿਸ ਨੂੰ ਉਸਨੇ ਖਾਲਸਾ ਪੰਥ ਦਾ ਨਾਂ ਦੁਨੀਆ ਤੋਂ ਮਿਟਾ ਦੇਣ ਦੀ ਸਹੁੰ ਖਾ ਕੇ ਬੜੀ ਭਾਰੀ ਫੌਜੀ ਤਿਆਰੀ ਨਾਲ ਆਰੰਭ ਕੀਤਾ ਸੀ, ਵਿੱਚ ਇੱਕ ਦਿਨ ਅੰਦਰ ਸਿੰਘਾਂ ਦੇ ਹੋਏ ਏਡੇ ਵੱਡੇ ਜਾਨੀ ਨੁਕਸਾਨ ਦੇ ਕਾਰਨ ਹੀ ਇਸ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਪਹਿਲਾ ਘੱਲੂਘਾਰਾ ਜਾਂ ਛੋਟਾ ਘੱਲੂਘਾਰਾ ਦਾ ਨਾਮ ਦਿੱਤਾ ਗਿਆ। ਦੂਸਰਾ ਤੇ ਵੱਡਾ ਘੱਲੂਘਾਰਾ ਇਸ ਵਾਕਿਆ ਤੋਂ ਪੌਣੇ 16 ਸਾਲ ਪਿੱਛੋਂ ਕੋਪਰ ਹੀੜੇ ਦੇ ਮੈਦਾਨ ਤੋਂ ਆਰੰਭ ਹੋ ਕੇ ਕੁਤਬਾ ਬਾਹਮਣੀਆਂ, ਮੂਮ, ਗਹਿਲਾਂ ਪਿੰਡਾਂ ਤੱਕ 28 ਮਾਘ ਸੰਮਤ 1819 ਬਿਕਰਮੀ ਮੁਤਾਬਕ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਦੇ 6ਵੇਂ ਹੱਲੇ ਵੇਲੇ ਵਾਪਰਿਆ ਸੀ, ਜਿਸ ਵਿੱਚ 18-20 ਹਜ਼ਾਰ ਦੇ ਦਰਮਿਆਨ ਵਹੀਰ ਦੇ ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਸਨ। ਇਸ ਵੇਲੇ ਸਿੰਘਾਂ ਵਿਰੁੱਧ ਅਹਿਮਦ ਸ਼ਾਹ ਅਬਦਾਲੀ ਤੇ ਉਸ ਦੀ ਦੁਰਾਨੀ ਫੌਜ, ਜਿਸ ਵਿੱਚ ਸ਼ਾਹ ਵਲੀ ਖਾਨ ਬਾਮਜ਼ਈ ਤੇ ਜਹਾਨ ਖਾਨ ਵਰਗੇ ਉੱਘੇ ਜਰਨੈਲ ਸ਼ਾਮਲ ਸਨ, ਨਾਲ ਸਰਹੰਦ ਦੇ ਗਵਰਨਰ ਜ਼ੈਨ ਖਾਨ ਤੇ ਉਸ ਤੇ ਦੀਵਾਨ ਲక్ష్ਮੀ ਨਾਰਾਇਣ ਫੌਜ ਸਮੇਤ ਭੀਖਣ ਖਾਨ ਮਲੇਰਕੋਟਲੀਆ ਤੇ ਕਾਸਮ ਖਾਨ ਮੜਲ ਅਤੇ ਤੈਮਾਸ ਖਾਨ ਆਪਣੀਆਂ ਫੌਜਾਂ ਨਾਲ ਅਬਦਾਲੀ ਦੇ ਮਦਦਗਾਰ ਸਨ। ਉਸ ਦਿਨ ਵੀ ਅਹਿਮਦ ਸ਼ਾਹ ਅਬਦਾਲੀ ਦਿਲੋਂ ਧਾਰ ਕੇ ਗਿਆ ਸੀ ਕਿ ਸਿੱਖਾਂ ਦਾ ਖੁਰਾ ਖੋ ਜਹਾਨ ਤੋਂ ਮਿਟਾ ਦੇਣਾ ਹੈ। ਸਿੰਘਾਂ ਦਾ ਮਾਲਵੇ ਵੱਲ ਨਿਕਲ ਜਾਣਾ। ਜਿੱਥੋਂ ਸਿੰਘਾਂ ਨੇ ਦਰਿਆ ਟੱਪ ਕੇ ਬਰੇਤੀ ਪਾਰ ਕੀਤੀ, ਉਸ ਤੋਂ ਅੱਗੇ ਚੌਧਰੀ ਰਾਮੇ ਰੰਧਾਵੇ ਦਾ ਇਲਾਕਾ ਸੀ। ਇਹ ਜੱਟ ਸਰਵਰ ਸੁਲਤਾਨੀਆ ਸੀ ਤੇ ਸਿੰਘਾਂ ਨਾਲ ਰੱਬ ਵਾਸਤੇ ਦਾ ਵੈਰ ਸੀ। ਇਹ ਉਹਨਾਂ ਵਿਰੁੱਧ ਬੜਾ ਵੱਡਾ ਮੁਖਬਰ ਤੇ ਜ਼ਕਰੀਆ ਖਾਨ ਦਾ ਡਾਢਾ ਹਮੈਤੀ ਸੀ। ਇਸ ਨੇ ਖਾਨ ਬਹਾਦਰ ਪਾਸ ਮੁਖਬਰੀ ਕਰਕੇ ਕਈ ਵਾਰ ਸਿੰਘ ਫੜਵਾਏ ਅਤੇ ਮਰਵਾਏ ਸਨ।
ਇਕੱਲਾ ਦੁਕੱਲਾ ਜੇ ਅਣਭੋਲ ਇਸ ਦੇ ਇਲਾਕੇ ਵਿੱਚ ਆ ਨਿਕਲਦਾ ਤਾਂ ਉਸ ਨੂੰ ਮਾਰ ਕੇ ਉਸ ਦਾ ਸਿਰ ਜਾਂ ਜਿਉਂਦੇ ਨੂੰ ਬੰਨ੍ਹ ਕੇ ਲਾਹੌਰ ਪਹੁੰਚਾ ਦਿੰਦਾ। ਇਹ ਯਹੀਆ ਖਾਂ ਤੇ ਲਖਪਤ ਦਾ ਹਮੈਤੀ ਬਣਿਆ ਹੋਇਆ ਸੀ। ਇਸ ਦੇ ਕਠੋਰ ਮਨ ਵਿੱਚ ਸਿੱਖਾਂ ਪ੍ਰਤੀ ਦਰਦ ਕਿੱਥੋਂ ਹੋਣਾ ਸੀ। ਉਹਨਾਂ ਨੂੰ ਵੀ ਇਸ ਤੋਂ ਕੋਈ ਆਸ ਨਹੀਂ ਸੀ। ਇਸ ਰੰਧਾਵੇ ਜੱਟ ਬਾਰੇ ਤਾਂ ਮਾਝੇ ਤੇ ਸਿੰਘ ਕਿਹਾ ਕਰਦੇ ਸਨ, ਦੇਸ ਨਾ ਰਾਮੇ ਕੇ ਤੁਮ ਜਾਇਓ, ਡੇਲਾ ਬਾਟਾ ਮਾਝੇ ਖਾਇਓ। ਭਾਵ ਸਿਰੋਂ ਪਰੇ ਬਿਪਤਾ ਆਣ ਬਣੇ ਤਾਂ ਕਰੀਰਾਂ ਦਾ ਡੇਲਾ ਬਾਟਾ ਘਾਸ ਪੱਤੇ ਖਾ ਕੇ ਸਿਰ ਪਈ ਕੱਟ ਲੈਣੀ, ਪਰ ਰਾਮੇ ਰੰਧਾਵੇ ਦੇ ਇਲਾਕੇ ਵਿੱਚ ਨਾ ਜਾਣਾ। ਰਾਮੇ ਨੂੰ ਵੀ ਸੂਹ ਮਿਲ ਚੁੱਕੀ ਸੀ ਤੇ ਉਹ ਵੀ ਆਪਣੀਆਂ ਛੇੜਾਂ ਇਕੱਠੀਆਂ ਕਰ ਰਿਹਾ ਸੀ। ਸਿੰਘ ਵੀ ਜਾਂਦੇ ਜਾਂਦੇ ਇਸ ਦੀ ਸੁੱਖ ਸਾਂਦ ਪੁੱਛਣਾ ਚਾਹੁੰਦੇ ਸਨ, ਪਰ ਵਹੀਰ ਤੇ ਫੱਟੜਾਂ ਦੇ ਨਾਲ ਹੋਣ ਕਰਕੇ ਉਹ ਬਹੁਤੇ ਸਮੇਂ ਲਈ ਅਟਕ ਨਹੀਂ ਸਨ ਸਕਦੇ। ਇਸ ਲਈ ਉਹਨਾਂ ਇੱਕ ਅੱਧ ਦਿਨ ਝੱਲਾਂ ਵਿੱਚ ਕੱਟਿਆ ਤੇ ਇੱਕਦਮ ਰਾਮੇ ਦੀਆਂ ਛੇੜਾਂ ਉੱਤੇ ਹੱਲਾ ਬੋਲ ਦਿੱਤਾ। ਕੁਝ ਘੋੜ ਸਵਾਰ ਸਿੰਘ ਵਹੀਰ ਨੂੰ ਛੇੜਾਂ ਤੋਂ ਪਾਸੇ-ਪਾਸੇ ਲੈ ਨਿਕਲੇ ਤੇ ਬਾਕੀ ਘੋੜਿਆਂ ਵਾਲਿਆਂ ਯੋਧਿਆਂ ਨੇ ਇਕੱਠੀਆਂ ਹੋਈਆਂ ਧਾੜਾਂ ਨੂੰ ਤੇਗਾਂ ਅੱਗੇ ਧਰ ਲਿਆ। ਕਿਸੇ ਮੁਲਖਈਏ ਨੂੰ ਧਿਆਨ ਨਾ ਆਇਆ ਕਿ ਨਾਲ ਵਹੀਰ ਵੀ ਹੈ ਤੇ ਉਹ ਕਿਸ ਪਾਸੇ ਜਾ ਰਿਹਾ ਹੈ। ਸਿੰਘਾਂ ਨੇ ਪੈਰ ਕੋ ਤੱਕ ਇਹਨਾਂ ਸਰਕਾਰ ਦੇ ਨਮਕ ਹਲਾਲਾਂ ਨੂੰ ਕਣਕਾਂ ਦਿਆਂ ਵੱਢਾਂ ਵਿੱਚ ਰੋਲ-ਰੋਲ ਮਾਰਿਆ। ਕਈ ਹੱਲੇ ਪਛਾੜੇ। ਮੁਲਖਈਏ ਦੀ ਤਾਂ ਲਾਲਾ ਫੜ ਲੋ ਹੁੰਦੀ ਹੈ। ਜੰਮ ਕੇ ਲੜ ਮਰਨ ਵਾਲਾ ਤਾਂ ਇਹਨਾਂ ਵਿੱਚ ਹੌਸਲਾ ਨਹੀਂ ਹੁੰਦਾ। ਇਸ ਹਜੂਮ ਨੇ ਬੁਰੀ ਤਰ੍ਹਾਂ ਮਾਰ ਖਾਧੀ। ਛੇਕੜ ਜਿਸ ਕਿਸੇ ਦੇ ਜਿੱਧਰ ਸਿੰਘ ਸਮਾਏ ਪ੍ਰਾਣ ਬਚਾਉਣ ਲਈ ਨੱਸ ਤੁਰਿਆ। ਰਾਮਾ ਆਪ ਬੁਰੀ ਤਰ੍ਹਾਂ ਫੱਟੜ ਹੋਇਆ ਤੇ ਘੇਸਲ ਮਾਰ ਗਿਆ। ਉਸ ਦੇ ਕਈ ਸੂਰਮੇ ਸਿੰਘਾਂ ਨੇ ਦੁਫਾੜ ਕਰ ਛੱਡੇ। ਕਿਸੇ ਨੂੰ ਸੁੱਧ ਨਾ ਰਹੀ ਕਿ ਸਿੰਘਾਂ ਦਾ ਤੂਫਾਨ ਕਿੱਧਰੋਂ ਆਇਆ ਤੇ ਕਿੱਧਰ ਚਲਿਆ ਗਿਆ। ਮੁਲਖਈਆ ਬੱਦਲਾਂ ਵਾਂਗ ਉੱਡ ਪੁੱਡ ਗਿਆ ਤੇ ਹੁਣ ਰਸਤਾ ਬਿਲਕੁਲ ਸਾਫ਼ ਸੀ ਅਤੇ ਹੁਣ ਸਾਰਾ ਵਹੀਰ ਹਰਗੋਬਿੰਦਪੁਰ ਦੇ ਪੱਤਣ ਵੱਲ ਨੂੰ ਉੱਲਰ ਪਿਆ। ਇੱਥੇ ਪਹੁੰਚੇ ਤਾਂ ਡਿੱਠਾ ਕਿ ਮਲਾਹਾਂ ਨੇ ਬੇੜੀਆਂ ਖਿੱਚ ਲਈਆਂ ਹਨ ਤੇ ਉਹ ਖੱਬੇ ਕੰਢੇ ਵੱਲ ਬਹੁਤ ਥੱਲੇ ਲੈ ਗਏ ਹਨ। ਸਿੰਘ ਗਾਂਢ ਥਾਣੀ ਪੈ ਕੇ ਬਿਆਸ ਦਰਿਆ ਪਾਰ ਕਰ ਗਏ। ਅੱਗੇ ਵੱਧ ਕੇ ਮੀਰਾਂ ਕੋਟ ਦੀ ਝਿੜੀ ਵਿੱਚ ਜਾ ਕੇ ਡੇਰਾ ਕੀਤਾ। ਆਲੇ ਦੁਆਲੇ ਦੀਆਂ ਪਿੰਡਾਂ ਵਿੱਚੋਂ ਰਸਤ ਪੱਠਾ ਲਿਆਂਦਾ, ਘੋੜੇ ਚਰਨੇ ਛੱਡ ਦਿੱਤੇ ਤੇ ਆਪ ਲੰਗਰ ਤਿਆਰ ਕਰਨ ਦੇ ਆਰ ਵਿੱਚ ਰੁੱਝ ਗਏ। ਸਿੰਘ ਕਈਆਂ ਦਿਨਾਂ ਦੇ ਭੁੱਖੇ ਸਨ। ਇਸ ਘੋਰ ਯੁੱਧ ਤੇ ਭਾਜੜ ਦੀ ਹਾਲਤ ਵਿੱਚ ਉਹਨਾਂ ਪਾਸ ਲੰਗਰ ਤਿਆਰ ਕਰਨ ਲਈ ਕੋਈ ਭਾਂਡਾ ਟੀਂਡਾ ਨਹੀਂ ਸੀ ਤੇ ਨਾ ਹੀ ਮੰਗਿਆਂ ਕੋਈ ਦੇਣ ਨੂੰ ਤਿਆਰ ਸੀ। ਇਸ ਲਈ ਜਿਨ੍ਹਾਂ ਸਿੰਘਾਂ ਪਾਸ ਲੋਹੇ ਦੀਆਂ ਢਾਲਾਂ ਸਨ, ਉਹਨਾਂ ਢਾਲਾਂ ਉੱਤੇ ਤੇ ਜਿਨ੍ਹਾਂ ਪਾਸ ਨਹੀਂ ਸਨ, ਉਹਨਾਂ ਨੇ ਭੋਏ ਤਪਾ ਕੇ ਉਸ ਤੇ ਪ੍ਰਸ਼ਾਦੇ ਸਜਾਏ। ਅਜੇ ਸਾਰਿਆਂ ਸਿੰਘਾਂ ਪ੍ਰਸ਼ਾਦੇ ਨਹੀਂ ਸਨ ਛਕੇ ਕਿ ਜਲੰਧਰ ਦਾ ਹਾਕਮ ਅਦੀਨਾ ਬੇਗ ਆਪਣੇ ਪਠਾਣਾ ਤੇ ਅਲਾਵਲਪੁਰ ਦਿਆਂ ਮੁਸਲਮਾਨਾਂ ਨੂੰ ਨਾਲ ਲੈ ਕੇ ਆਣ ਕੜਕਿਆ। ਉਸ ਦੇ ਲਾਮ ਲਸ਼ਕਰ ਨੂੰ ਤਾਂ ਸਿੰਘ ਸੋਧ ਕੱਢਦੇ, ਪਰ ਪਿੱਛੋਂ ਸਿੱਖ ਸੂਹਿਆਂ ਆ ਕੇ ਖਬਰ ਦਿੱਤੀ ਕਿ ਲਖਪਤ ਵੀ ਆਪਣੀਆਂ ਫੌਜ ਤੇ ਤੋਪਾਂ ਜੰਬੂਰੇ ਲੈ ਕੇ ਬਿਆਸ ਲੰਘ ਆਇਆ ਹੈ। ਇਸ ਕਰਕੇ ਸਿੰਘਾਂ ਸਬਰ ਦੇ ਘੁੱਟ ਭਰ ਕੇ ਘੋੜਿਆਂ ਦੀਆਂ ਪਿੱਠਾਂ ਤੇ ਹੋ ਕੇ ਅਲਾਵਲਪੁਰ ਵੱਲ ਦੀ ਵਾਹਰ ਵੱਲ ਤੁਰੰਗ ਸਿੱਧੇ ਕੀਤੇ ਤੇ ਅਕਾਲ ਗੁਜਾਉਂਦਿਆਂ ਹੋਇਆਂ ਉਹਨਾਂ ਤੇ ਹੱਲਾ ਬੋਲਿਆ। ਇੱਕ ਅੱਖ ਦੇ ਪਲਕਾਰੇ ਵਿੱਚ ਸਿੰਘਾਂ ਮੂਹਰੇ ਇੰਜ ਖਿੰਡ ਪੁੰਡ ਗਏ ਜਿਵੇਂ ਤੇਜ਼ ਹਵਾ ਦੇ ਸਾਹਮਣੇ ਸੁੱਕੇ ਪੱਤੇ। ਸਿੰਘ ਇੱਥੇ ਜੰਗ ਵਿੱਚ ਉਲਝਣਾ ਨਹੀਂ ਸਨ ਚਾਹੁੰਦੇ। ਇਹਨਾਂ ਦੀਆਂ ਪੂਛਾਂ ਝੁਕਾ ਕੇ ਸਿੰਘ ਆਪ ਦੁਆਬੇ ਵਿੱਚ ਦੀ ਹੁੰਦੇ ਹੋਏ ਅਲੀਵਾਲ ਦੇ ਪੱਤਣੋਂ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਜਾ ਵੜੇ। ਅੱਗੇ ਬਰਾੜਾਂ ਦੇ ਦੇਸ਼ ਵਿੱਚ ਜਿੱਥੇ ਜਿੱਥੇ ਕਿਸੇ ਦੀ ਰਿਸ਼ਤੇਦਾਰੀ ਜਾਂ ਸੂਹ ਸਿਆਣ ਸੀ, ਉੱਤਰ ਪਏ ਤੇ ਸੁੱਖ ਦਾ ਸਾਹ ਲੈਣ ਲੱਗੇ। ਮਾਲਵੇ ਦੇ ਇਹਨਾਂ ਪਿੰਡਾਂ ਨੇ ਸਿੰਘਾਂ ਨੂੰ ਜੀ ਆਇਆਂ ਆਖਿਆ ਤੇ ਸੇਵਾ ਕੀਤੀ। ਪਿੰਡ ਘੱਲ, ਮੋਗਾ, ਜ਼ੀਰਾ, ਚਵਾਰਾ, ਚੜੇਕ, ਘੋਲੀਆ, ਖੋਸੇ, ਡਰੌਲੀ, ਕੋਟਕਪੂਰਾ, ਇੰਦਰਗੜ੍ਹ, ਢੁੱਡੀ ਕੇ, ਰੋਡੇ, ਲੰਡੇ, ਬੱਧਣੀ, ਹਿੰਮਤਪੁਰ, ਨਹੀਂਕੇ, ਵੇਜੂਕੇ, ਸਣੀਅਰ, ਜੈਤੋ, ਭਾਈ ਰੂਪਾ, ਭਾਈ ਭਗਤਾ, ਸੁਖਾਨੰਦ ਆਦਿ ਬਰਾੜਾ ਨੇ ਬੜਾ ਪ੍ਰੇਮ ਵਿਖਾਇਆ
ਤੇ ਬੜੀ ਟਹਿਲ ਕੀਤੀ। ਦਲ ਦੇ ਸਰਦਾਰ ਵੱਖ-ਵੱਖ ਥਾਵਾਂ ਤੇ ਜਾ ਟਿਕੇ। ਸਰਦਾਰ ਜੱਸਾ ਸਿੰਘ ਕੋਟਕਪੂਰੇ ਜਾ ਠਹਿਰਿਆ। ਨਵਾਬ ਕਪੂਰ ਸਿੰਘ ਵਿਝੂਕੇ, ਸਰਦਾਰ ਹਰੀ ਸਿੰਘ ਦਿਆਲਪੁਰੇ, ਸਰਦਾਰ ਚੜ੍ਹਤ ਸਿੰਘ ਪੱਕੇ ਪੱਥਰਾਲੇ, ਬਾਬਾ ਦੀਪ ਸਿੰਘ ਸ਼ਹੀਦ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਲੱਖੀ ਜੰਗਲ ਵੱਲ ਆ ਗਏ ਤੇ ਫਿਰ ਤਲਵੰਡੀ ਸਾਬੋ ਜਾ ਟਿਕੇ। ਇਸ ਤਰ੍ਹਾਂ ਸਿੰਘ ਮਾਲਵੇ ਦੀਆਂ ਪਿੰਡਾਂ ਵਿੱਚ ਖਿੱਲਰ ਪੁੱਲਰ ਗਏ। ਸਰਦਾਰ ਸੁੱਖਾ ਸਿੰਘ ਜੀ ਨੇ ਜੈਤੋ ਜਾ ਕੇ ਕਮਰ ਕੱਸਾ ਖੋਲ ਲਿਆ ਤੇ 5 ਦਿਨਾਂ ਪਿੱਛੋਂ ਲੱਤ ਦੀ ਮਾਲਸ਼ ਕਰਵਾਈ। 6 ਮਹੀਨਿਆਂ ਤੱਕ ਤਾਂ ਇਹ ਸੂਰਮਾ ਮੰਜੇ ਤੇ ਹੀ ਰਿਹਾ। ਇੱਥੇ ਸਿੰਘਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸੇਵਾ ਕੀਤੀ। ਫਿਰ ਜਦ ਤਕੜਾ ਹੋ ਗਿਆ ਤਾਂ ਪਹਿਲਾਂ ਵਾਂਗ ਹੀ ਮੂਹਰਲੀਆਂ ਸਫਾਂ ਵਿੱਚ ਹੋ ਕੇ ਮੁਹਿੰਮਾਂ ਮਾਰਨ ਲੱਗੇ। ਪਹਾੜੀਆਂ ਵੱਲ ਵਧਣ ਵਾਲੇ ਸਿੰਘਾਂ ਨਾਲ ਕੀ ਬੀਤੀ। ਪੜੋਲ, ਕਠੂਏ ਤੇ ਬਸੋਲੀ ਦੀਆਂ ਪਹਾੜੀਆਂ ਵੱਲ ਵਧਣ ਵਾਲੇ ਸਿੰਘਾਂ ਨਾਲ ਕੀ ਬੀਤੀ, ਉਹਨਾਂ ਬਾਰੇ ਦੱਸਣਾ ਵੀ ਜ਼ਰੂਰੀ ਹੈ। ਕਾਹਨੂੰਵਾਨੋਂ ਸਿੰਘ ਇਹ ਸੋਚ ਕੇ ਨਿਕਲੇ ਸਨ ਕਿ ਰਾਵੀ ਟੱਪ ਕੇ ਪੜੋਲ, ਕਠੂਏ ਵੱਲ ਪਹਾੜੀਆਂ ਦੇ ਇਲਾਕੇ ਵਿੱਚ ਨਿਕਲ ਚੱਲੀਏ। ਉਹਨਾਂ ਉੱਤੇ ਖਾਲਸੇ ਦੇ ਬੜੇ ਅਹਿਸਾਨ ਹਨ ਤੇ ਸੰਭਵ ਹੈ ਕਿ ਇਸ ਭੀੜ ਦੇ ਸਮੇਂ ਉਹ ਦਿਨ ਕਟੀ ਲਈ ਆਸਰਾ ਦੇਣਗੇ। ਪੜੋਲ ਕਠੂਏ ਦੀ ਲੜਾਈ ਸਮੇਂ ਬਹੁਤ ਸਾਰੇ ਪੈਦਲ ਸਿੰਘ ਪਹਾੜਾਂ ਵੱਲ ਵਧੇ ਸਨ ਕਿ ਪਹਾੜੀ ਚੜ੍ਹ ਕੇ ਲਖਪਤ ਦੀ ਫੌਜ ਦੀ ਮਾਰ ਤੋਂ ਪਰੇਡੇ ਨਿਕਲ ਚੱਲੀਏ। ਇਹਨਾਂ ਵਿੱਚੋਂ ਬਹੁਤੇ ਤਾਂ ਪਹਾੜਾਂ ਤੇ ਚੜ੍ਹਨ ਤੋਂ ਪਹਿਲਾਂ ਹੀ ਸ਼ਹੀਦ ਹੋ ਗਏ ਸਨ, ਪਰ ਜਿਹੜੇ ਉੱਪਰ ਚੜ੍ਹ ਜਾਣ ਵਿੱਚ ਸਫਲ ਹੋ ਗਏ ਉਹਨਾਂ ਨੂੰ ਪਹਾੜੀਆਂ ਨੇ ਰੱਸਿਆਂ ਨਾਲ ਰੋਕ ਕੇ ਪਹਾੜਾਂ ਤੋਂ ਹੇਠਾਂ ਖੱਡਾਂ ਜਾਂ ਦਰਿਆ ਵਿੱਚ ਠੇਲ ਦਿੱਤਾ ਤੇ ਇਸ ਤਰ੍ਹਾਂ ਮਾਰ ਖਪਾਇਆ। ਕਈਆਂ ਨੂੰ ਗਲਾਂ ਵਿੱਚ ਫੰਦੇ ਪਾ ਕੇ ਫਸਾ ਲਿਆ ਤੇ ਇਨਾਮ ਦੀ ਖਾਤਰ ਲਖਪਤ ਦੇ ਫੌਜੀਆਂ ਦੇ ਹਵਾਲੇ ਕਰ ਦਿੱਤਾ। ਫਿਰ ਵੀ ਕੁਝ ਕੁ ਲੜਦੇ ਲੜਾਂਦੇ ਪਹਾੜਾਂ ਤੇ ਚੜ੍ਹੀ ਗਏ ਤੇ ਪਹਾੜੋਂ ਪਹਾੜੀ ਅੱਗੇ ਨੂੰ ਹੋ ਤੁਰੇ। ਪਹਾੜੀਏ ਤਾਂ ਭਾਵੇਂ ਉਹਨਾਂ ਨੂੰ ਫੜ ਨਾ ਸਕੇ, ਪਰ ਭੁੱਖ ਨੇ ਉਹਨਾਂ ਨੂੰ ਡਾਢਾ ਲਾਚਾਰ ਕੀਤਾ। ਉਹਨਾਂ ਨੂੰ ਖਾਣ ਪੀਣ ਨੂੰ ਤਾਂ ਕਿਸੇ ਨੇ ਕੀ ਦੇਣਾ ਸੀ, ਲਾਗੇ ਵੀ ਨਾ ਟੁਕਣ ਦੇਣ। ਜਦ ਕੋਈ ਚੀਜ਼ ਮੁੱਲ ਨਾਲ ਵੀ ਨਾ ਮਿਲੇ ਤਾਂ ਇਨਸਾਨ ਕਿੱਧਰ ਨੂੰ ਜਾਵੇ। ਜਦ ਭੁੱਖ ਹੱਥੋਂ ਆਤਰ ਹੋ ਗਏ ਤਾਂ ਮਜਬੂਰ ਹੋ ਕੇ ਲੁੱਟ ਮਾਰ ਕਰਨ ਲੱਗੇ। ਹੁਣ ਆਲੇ ਦੁਆਲੇ ਦੇ ਪਹਾੜੀਏ ਇਕੱਠੇ ਹੋ ਕੇ ਉਹਨਾਂ ਦੇ ਖੱਤੇ ਪੈ ਗਏ। ਉਹਨਾਂ ਲਈ ਡਾਢੀ ਮੁਸੀਬਤ ਬਣ ਗਈ। ਸਿੰਘਾਂ ਵਾਸਤੇ ਦਿਨੇ ਤੁਰਨਾ ਮੁਸ਼ਕਲ ਹੋ ਗਿਆ। ਰਾਤ ਦੇ ਸਮੇਂ ਹਨੇਰੇ ਵਿੱਚ ਨਾ ਵੇਖੇ ਡਿੱਠੇ ਪਹਾੜਾਂ ਉੱਤੋਂ ਦੀ ਤੇ ਖੱਡਾਂ ਵਿੱਚ ਦੀ ਲੰਘਣਾ ਬਹੁਤ ਹੀ ਕਠਿਨ ਸੀ। ਢਿੱਡੋਂ ਭੁੱਖੇ, ਨੰਗੇ ਪੈਰ ਤੇ ਨੰਗੇ ਪਿੰਡੇ ਹਨੇਰੇ ਵਿੱਚ ਪੱਥਰਾਂ ਤੋਂ ਡਿੱਗ ਡਿੱਗ ਕੇ ਕਈਆਂ ਦੇ ਲੱਤਾਂ, ਗੋਡੇ ਤੇ ਹੱਥ ਪੈਰ ਜ਼ਖਮੀ ਹੋ ਗਏ ਸਨ। ਰਾਤ ਫਿਰ ਵੀ ਸੁਖਾਲੀ ਸੀ, ਪਰ ਦਿਨ ਉਹਨਾਂ ਲਈ ਪੁੱਜ ਕੇ ਮਾਰੂ ਹੁੰਦਾ ਸੀ। ਸਾਰਾ ਦਿਨ ਲੁਕ ਛਿਪ ਕੇ ਕੱਟਦੇ, ਨਾ ਕੋਈ ਦਰਦੀ ਨਾ ਕੋਈ ਯਾਰ, ਕੋਈ ਲਾਗੇ ਵੀ ਨਾ ਟੁਕਣ ਦੇਵੇ। ਜੇ ਕਿਤੇ ਲੁਕੇ ਹੋਏ ਦਿਸ ਪੈਣ ਤਾਂ ਪਹਾੜੀਏ ਉੱਚੀ ਉੱਚੀ ਕੂਕ ਕੇ ਦੂਜਿਆਂ ਨੂੰ ਵੀ ਇਕੱਠਿਆਂ ਕਰਕੇ ਮਗਰ ਪੈ ਜਾਣ, ਤੇ ਜੇ ਆਪ ਉੱਚੇ ਥਾਂ ਹੋਣ ਤਾਂ ਉੱਤੋਂ ਸਿੰਘਾਂ ਉੱਤੇ ਵੱਟੇ ਪੱਥਰ ਚਲਾਉਣ। ਕਿਤੇ ਪਨਾਹ ਨਾ ਮਿਲੇ, ਕੋਈ ਪਹਾੜੀ ਰਾਜਾ ਵੀ ਉਹਨਾਂ ਨੂੰ ਧੀਰ ਨਾ ਦੇਵੇ। ਜਿੱਧਰ ਨੂੰ ਜਾਣ ਅੱਗੇ ਨੇਜ਼ੇ, ਤਲਵਾਰਾਂ, ਪੱਥਰ ਹੱਥਾਂ ਵਿੱਚ ਫੜੀ ਪਰਬਤੀ ਰਾਹ ਰੋਕੀ ਖੜੇ ਹੋਣ। ਸਿੰਘਾਂ ਵੀ ਸਿਰੜ ਤੇ ਹੱਠ ਨੂੰ ਹੱਥੋਂ ਨਾ ਛੱਡਿਆ। ਆਖਿਰ ਉਹ ਭੇਸ ਬਦਲ ਕੇ ਮੰਡੀ ਤੇ ਕੁੱਲੂ ਨੂੰ ਚੜ ਗਏ। ਨੌਕਰੀਆਂ ਤੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਲੱਗੇ। ਇੱਥੇ ਨਾਨਕੀ ਨਾਮ ਕਰਾਣੀ ਪਾਸ ਸਿੰਘਾਂ ਨੂੰ ਸੁੱਖ ਦਾ ਸਮਾਂ ਕੱਟਣਾ ਨਸੀਬ ਹੋਇਆ। ਇਸ ਤਰ੍ਹਾਂ ਮਜ਼ਦੂਰੀਆਂ, ਮੁਸ਼ੱਕਤਾਂ ਕਰ ਕਰਕੇ ਕਸ਼ਟਾਂ ਤੇ ਔਕੜਾਂ ਝਾਕਦੇ ਹੋਏ 6 ਮਹੀਨਿਆਂ ਪਿੱਛੋਂ ਕੀਰਤਪੁਰ ਨੂੰ ਉਤਰ ਆਏ। ਇੱਥੇ ਰਹਿ ਕੇ ਸੂਹਾਂ ਕੱਢ ਕੱਢ ਕੇ ਮਾਲਵੇ ਨੂੰ ਤੁਰ ਗਏ ਤੇ ਆਪੋ ਆਪਣੇ ਜਥਿਆਂ ਵਿੱਚ ਜਾ ਮਿਲੇ। ਜਿਹੜੇ ਸਿੰਘ ਬਸੋਲੀ ਦੇ ਪਹਾੜੀਆਂ ਦੇ ਫੰਦੇ ਵਿੱਚ ਫਸ ਗਏ ਸਨ, ਉਹਨਾਂ ਨੇ ਸਰਕਾਰ ਦੀ ਪ੍ਰਸ਼ੰਸਾ ਤੇ ਇਨਾਮ ਹਾਸਲ ਕਰਨ ਲਈ ਲਖਪਤ ਦੀ ਫੌਜ ਦੇ ਹਵਾਲੇ ਕਰ ਦਿੱਤਾ। ਇਹ ਬੰਦੀ ਬਣਾ ਕੇ ਲਾਹੌਰ ਨੂੰ ਤੋਰੇ ਗਏ। ਮੁਹਿੰਮ ਤੋਂ ਵਾਪਸ ਲਾਹੌਰ ਆ ਕੇ ਲਖਪਤ ਨੇ ਇਹ ਸਾਰੇ ਫੜ ਕੇ ਲਿਆਂਦੇ ਸਿੰਘ ਨਖਾਸ ਮੰਡੀ ਵਾਲੀ ਥਾਂ ਜਿਸ ਬੇਦਰਦੀ ਨਾਲ ਕਤਲ ਕਰਵਾ ਦਿੱਤੇ, ਉਸ ਦਾ ਜ਼ਿਕਰ ਪਿੱਛੇ ਆ ਚੁੱਕਾ ਹੈ। ਲਖਪਤ ਰਾਏ ਵਾਪਸ ਲਾਹੌਰ ਨੂੰ। ਲਖਪਤ ਰਾਏ ਬਿਆਸ ਨਦੀ ਪਾਰ ਕਰਕੇ ਜਦ ਸਿੰਘਾਂ ਦੀ ਪੈੜ ਕੱਢਦਾ ਹੋਇਆ ਮੀਰਕੋਟ ਦੀ ਝਿੜੀ ਪਾਸ ਪੁੱਜਾ,
ਉਸ ਨੂੰ ਖਬਰ ਮਿਲੀ ਕਿ ਦਲ ਖਾਲਸਾ ਕਪੂਰਥਲੇ ਵੱਲ ਉੱਲਰ ਗਿਆ ਹੈ ਤੇ ਸਤਲੁਜ ਦਰਿਆ ਵੱਲ ਵਧ ਰਿਹਾ ਹੈ। ਸੋ ਉਸਨੇ ਇਸ ਨੂੰ ਆਪਣੀ ਬਹੁਤ ਵੱਡੀ ਜਿੱਤ ਸਮਝਿਆ ਤੇ ਕਿਹਾ ਕਿ ਮੈਂ ਇਹਨਾਂ ਬਦਬਖਤਾਂ ਨੂੰ ਐਸੀ ਮਾਰ ਮਾਰੀ ਹੈ ਕਿ ਹੁਣ ਮੁੜ ਪੰਜਾਬ ਵੱਲ ਮੂੰਹ ਨਹੀਂ ਕਰਨਗੇ। ਇਸ ਤੋਂ ਅੱਗੇ ਸਿੰਘਾਂ ਮਗਰ ਬਹੁਤਾ ਪੈਣ ਦਾ ਖਿਆਲ ਛੱਡ ਕੇ ਵਾਪਸ ਲਾਹੌਰ ਵੱਲ ਕੂਚ ਕਰ ਦਿੱਤਾ। ਅਗਲੇ ਦਿਨ ਦਰਿਆ ਬਿਆਸ ਨੂੰ ਬੇੜੀਆਂ ਰਾਹੀਂ ਪਾਰ ਕਰਕੇ ਤੀਜੇ ਦਿਨ ਲਾਹੌਰ ਪੁੱਜਾ। ਲਾਹੌਰ ਆ ਕੇ ਉਸਨੇ ਹੋਰ ਅੱਤ ਚੁੱਕ ਲਈ, ਭਾਵੇਂ ਉਸਨੇ ਪਹਿਲਾਂ ਹੀ ਕੋਈ ਕਸਰ ਨਹੀਂ ਸੀ ਛੱਡੀ। ਕਾਹਨੂੰਵਾਨ ਵੱਲ ਸਿੱਖਾਂ ਵਿਰੁੱਧ ਚੜ੍ਹਾਈ ਕਰਨ ਵੇਲੇ ਜੋ ਲਾਹੌਰ ਵਿਖੇ ਅਤੇ ਆਸ-ਪਾਸ ਪਿੰਡਾਂ ਵਿੱਚ ਗੁਰਦੁਆਰੇ ਉਸ ਪਾਸ ਸਮਾਂ ਥੋੜਾ ਹੋਣ ਕਰਕੇ ਢਵਾਉਣੋਂ ਰਹਿ ਗਏ ਸਨ, ਉਹ ਹੁਣ ਢਾਹ ਢੇਰੀ ਕਰਵਾਏ। ਗੁਰੂ ਗ੍ਰੰਥ ਸਾਹਿਬ ਤੇ ਬਾਣੀ ਦੀਆਂ ਪੋਥੀਆਂ ਨੂੰ ਲੱਭ ਕੇ ਅੱਗ ਲਗਵਾਈ ਗਈ ਜਾਂ ਦਰਿਆ ਵਿੱਚ ਸੁੱਟਵਾ ਦਿੱਤੀਆਂ। ਡੌਂਡੀ ਪਟਵਾ ਕੇ ਬੜੇ ਹੰਕਾਰ ਨਾਲ ਇਹ ਐਲਾਨ ਕੀਤਾ ਕਿ ਇੱਕ ਖੱਤਰੀ ਨੇ ਇਹ ਪੰਥ ਚਲਾਇਆ ਸੀ, ਮੈਂ ਇੱਕ ਖੱਤਰੀ ਨੇ ਇਸ ਨੂੰ ਬਰਬਾਦ ਕਰਕੇ ਮਿਟਾ ਦੇਣ ਦੀ ਕਸਮ ਖਾਧੀ ਸੀ, ਉਹ ਪੂਰੀ ਕਰ ਦਿੱਤੀ ਹੈ ਤੇ ਇਸ ਖਾਲਸੇ ਨੂੰ ਜਹਾਨ ਤੋਂ ਖਤਮ ਕਰ ਦਿੱਤਾ ਹੈ। ਆਪਣੇ ਆਪ ਨੂੰ ਖਾਲਸਾ ਪੰਥ ਅਖਵਾਉਣ ਵਾਲਿਆਂ ਨੂੰ ਤਹਿ ਤੇਗ ਕਰ ਦਿੱਤਾ ਹੈ। ਜੇ ਕੋਈ ਲੋਕ ਛਿਪ ਕੇ ਬਚਿਆ ਸੀ, ਮਾਰ ਦੇਸ਼ੋਂ ਕੱਢ ਦਿੱਤਾ ਹੈ। ਹੁਣ ਅੱਗੇ ਤੋਂ ਕੋਈ ਭੁੱਲ ਕੇ ਵੀ ਗੁਰਬਾਣੀ ਨਾ ਪੜ੍ਹੇ, ਗੁਰੂ ਨਾਨਕ ਨੂੰ ਨਾਨੂ ਆਖੇ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਵੀ ਨਾਉ ਲਵੇਗਾ ਉਸ ਦਾ ਪੇਟ ਚਾਕ ਕਰ ਦਿੱਤਾ ਜਾਵੇਗਾ। ਜੋ ਬਾਣੀ ਪੜ੍ਹੇਗਾ ਉਸ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਵੇਗਾ। ਹਰ ਕੋਈ ਗੁੜ ਸ਼ਬਦ ਦੀ ਥਾਂ ਭੇਲੀ ਆਖੇ, ਕਿਉਂਕਿ ਗੁੜ ਆਖਣ ਨਾਲ ਗੁਰ ਯਾਦ ਆਉਂਦਾ ਹੈ। ਕੇਸ ਦਾੜੀ ਕੋਈ ਨਾ ਰੱਖੇ ਅਤੇ ਨਾ ਹੀ ਕੋਈ ਸਿੱਖਾਂ ਵਾਲਾ ਨਾਉ ਹੀ ਰੱਖੇ। ਉਸ ਦਾ ਇਹ ਨਿਸ਼ਚਾ ਬਣ ਗਿਆ ਸੀ ਕਿ ਸ਼ਾਇਦ ਇਸ ਤਰ੍ਹਾਂ ਦੀ ਸਖਤੀ ਕਰਕੇ ਉਹ ਸਿੰਘਾਂ ਅਤੇ ਸਿੱਖੀ ਨੂੰ ਜਹਾਨ ਵਿੱਚੋਂ ਉੱਕਾ ਹੀ ਮਿਟਾ ਦੇਵੇਗਾ, ਪਰ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਪ੍ਰਬਲ ਹੈ। ਇਸ ਪਿੱਛੋਂ ਕਾਬਲ, ਦਿੱਲੀ ਤੇ ਪੰਜਾਬ ਦੇ ਹਾਲਾਤ ਨੇ ਬੜੀ ਤੇਜ਼ੀ ਨਾਲ ਐਸੇ ਪਲਟੇ ਖਾਧੇ ਕਿ ਨਾ ਯਹੀਆ ਖਾਨ ਦਾ ਰਾਜ ਰਿਹਾ ਅਤੇ ਨਾ ਲਖਪਤ ਰਾਏ ਦੀ ਦੀਵਾਨੀ। ਪਹਿਲਾ ਘੱਲੂਘਾਰਾ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।